ਪਿਆਰੇ ਬੱਚਿਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ 7ਵੀਂ ਜਮਾਤ ਦਾ 6ਵਾਂ ਪਾਠ ਬੰਦਾ ਬਹਾਦਰ ਪੜ੍ਹਾਂਗੇ। ਬੰਦਾ ਬਹਾਦਰ ਅਸਲ ਵਿੱਚ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੀ ਕਿਹਾ ਜਾਂਦਾ ਹੈ, ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਖਾਸ ਸਥਾਨ ਹੈ, ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਹੋਈ ਸੀ, ਉਹਨਾਂ ਦਾ ਬਦਲਾ ਸਰਹੰਦ ਦੇ ਵਜ਼ੀਰ ਤੋਂ ਬਾਖੂਬੀ ਲਿਆ ਸੀ। ਇਸ ਪਾਠ ਦੇ ਵਿੱਚ ਕੀ ਹੈ, ਆਪਾਂ ਉਸ ਦਾ ਮੂਲ ਪਾਠ ਦੇਖਾਂਗੇ। ਸਿੱਖ ਇਤਿਹਾਸ ਦੇ ਵਿੱਚ ਬੰਦਾ ਬਹਾਦਰ ਦਾ ਨਾਮ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਉਹ ਅਦੁੱਤੀ ਸੂਰਬੀਰ ਸੀ ਜਿਸ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਵਜ਼ੀਰ ਖਾਨ ਨੂੰ ਅਜਿਹੀ ਸਜ਼ਾ ਦਿੱਤੀ ਕਿ ਇਸ ਦੁਨੀਆ ਤੋਂ ਹੀ ਭਾਰ ਬੁਲਾ ਦਿੱਤਾ। ਇਹਦੇ ਵਿੱਚ ਜੋ ਲਾਲ ਅੱਖਰਾਂ ਨਾਲ ਦਿੱਤੇ ਹੋਏ ਲਾਲ ਰੰਗ ਦੇ ਜੋ ਅੱਖਰ ਹਨ, ਉਹਨਾਂ ਦੇ ਅਸੀਂ ਸ਼ਬਦ ਅਰਥ ਵੀ ਨਾਲ ਕਰਾਂਗੇ। ਅਦੁੱਤੀ ਸੂਰਬੀਰ ਦਾ ਮਤਲਬ ਹੁੰਦਾ ਹੈ ਕਿ ਜੋ ਬੇਮਿਸਾਲ ਯੋਧਾ ਹੋਵੇ। ਇੱਟ ਨਾਲ ਇੱਟ ਖੜਕਾ ਦਿੱਤੀ ਦਾ ਮਤਲਬ ਹੁੰਦਾ ਹੈ ਕਿ ਤਬਾਹ ਕਰ ਦੇਣਾ, ਕਿਉਂਕਿ ਇਸ ਨੇ ਸਰਹੰਦ ਨੂੰ ਬਿਲਕੁਲ ਤਬਾਹ ਕਰ ਦਿੱਤਾ ਸੀ। ਉਸ ਤੋਂ ਬਾਅਦ ਜੋ ਦੁਨੀਆ ਤੋਂ ਹੀ ਭਾਰ ਬੁਲਾ ਲੈਣ ਦਾ ਅਰਥ ਹੁੰਦਾ ਹੈ ਕਿ ਮਾਰ ਦੇਣਾ, ਕਿਉਂਕਿ ਬੰਦਾ ਬਹਾਦਰ ਨੇ ਜੋ ਸਰਹੰਦ ਦਾ ਵਜ਼ੀਰ ਸੀ ਉਸ ਨੂੰ ਮਾਰ ਮੁਕਾਇਆ ਸੀ। ਬੰਦਾ ਬਹਾਦਰ ਦਾ ਜਨਮ 1670 ਈਸਵੀ ਵਿੱਚ ਪੁੰਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਇਸ ਦਾ ਪਹਿਲਾ ਨਾਂ ਲਛਮਣ ਦਾਸ ਸੀ। ਇਸ ਦੇ ਪਿਤਾ ਦਾ ਨਾਂ ਰਾਮਦੇਵ ਸੀ, ਜੋ ਕਿ ਇੱਕ ਭਰਦਵਾਜ ਰਾਜਪੂਤ ਸੀ। ਇਸ ਦਾ ਪਿਤਾ ਖੇਤੀ ਦਾ ਕੰਮ ਕਰਦਾ ਸੀ ਅਤੇ ਉन्हीं ਦਿਨੀ ਪੜ੍ਹਾਈ ਦਾ ਪੂਰਾ ਪ੍ਰਬੰਧ ਨਾ ਹੋਣ ਕਰਕੇ ਲਛਮਣ ਦਾਸ ਆਪਣੇ ਬਾਪ ਨਾਲ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗਾ। ਮਤਲਬ ਜੋ ਬੰਦਾ ਬਹਾਦਰ ਹੈ, ਉਹਨਾਂ ਦਾ ਜਨਮ 1670 ਈਸਵੀ ਵਿੱਚ ਹੋਇਆ ਅਤੇ ਉਹਨਾਂ ਦੇ ਪਿਤਾ ਦਾ ਨਾਮ ਰਾਮਦੇਵ ਸੀ ਅਤੇ ਉਹ ਇੱਕ ਕਿਸਾਨ ਸਨ, ਅਤੇ ਬੰਦਾ ਬਹਾਦਰ ਦਾ ਜੋ ਬਚਪਨ ਦਾ ਨਾਮ ਸੀ ਉਹ ਲਛਮਣ ਦਾਸ ਸੀ। ਇਸ ਤਰ੍ਹਾਂ ਆਪਾਂ ਅੱਗੇ ਦੇਖਦੇ ਹਾਂ, ਕਿਉਂਕਿ ਉਹ ਵੀ ਛੋਟੇ ਹੁੰਦਿਆਂ ਤੋਂ ਬਹੁਤਾ ਪੜ੍ਹੇ ਲਿਖੇ ਨਹੀਂ, ਤਾਂ ਉਹ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਵਿੱਚ ਹੀ ਹੱਥ ਵਟਾਉਣ ਲੱਗੇ। ਹੱਥ ਵਟਾਉਣ ਦਾ ਮਤਲਬ ਹੁੰਦਾ ਮਦਦ ਕਰਨ ਲੱਗੇ। ਅੱਗੇ ਦੇਖੋ, ਲਛਮਣ ਦਾਸ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਉਹ ਇੱਕ ਚੰਗਾ ਸ਼ਿਕਾਰੀ ਅਤੇ ਨਿਸ਼ਾਨੇਬਾਜ਼ ਵੀ ਸੀ। ਇੱਕ ਦਿਨ ਉਸ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਸ ਦੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੱਤਾ। ਇੱਕ ਦਿਨ ਉਹ ਇੱਕ ਨਦੀ ਕੰਢੇ ਸ਼ਿਕਾਰ ਖੇਡ ਰਿਹਾ ਸੀ ਕਿ ਉਸਨੇ ਇੱਕ ਹਿਰਨੀ ਦੇ ਤੀਰ ਮਾਰਿਆ। ਹਿਰਨੀ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਪਈ ਅਤੇ ਉਸ ਦੀਆਂ ਅੱਖਾਂ ਸਾਹਮਣੇ ਤੜਫ ਕੇ ਮਰ ਗਈ। ਹਿਰਨੀ ਉਸ ਵੇਲੇ ਗਰਭਵਤੀ ਸੀ। ਉਸ ਦੇ ਪੇਟ ਵਿੱਚੋਂ ਜਨਮ ਲੈਣ ਵਾਲੇ 2 ਬੱਚੇ ਵੀ ਉਸ ਦੀਆਂ ਅੱਖਾਂ ਸਾਹਮਣੇ ਤੜਫ ਕੇ ਮਰ ਗਏ। ਇੱਕ ਦਰਦਨਾਕ ਦ੍ਰਿਸ਼ ਨੇ ਉਸ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਦੇ ਅੰਦਰ ਇੱਕ ਅਜਿਹਾ ਵੈਰਾਗ ਪੈਦਾ ਹੋਇਆ ਕਿ ਉਹ ਘਰ-ਬਾਰ ਹੀ ਛੱਡ ਦਿੱਤਾ ਅਤੇ ਉਹ ਗੁਰੂ ਜੀ ਘਰ-ਬਾਰ ਛੱਡ ਕੇ ਤੁਰ ਪਿਆ। ਆਪਾਂ ਇਹਦੇ ਵਿੱਚ ਦੇਖਾਂਗੇ ਕਿ ਜੋ ਬੰਦਾ ਬਹਾਦਰ ਸੀ, ਉਹਨਾਂ ਨੂੰ ਬਚਪਨ ਦੇ ਵਿੱਚ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਇੱਕ ਚੰਗੇ ਨਿਸ਼ਾਨੇਬਾਜ਼ ਵੀ ਸੀ। ਤਾਂ ਉਹਨਾਂ ਦੇ ਅਸਲ ਵਿੱਚ ਜੀਵਨ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਬਦਲ ਦਿੱਤਾ, ਕਿਉਂਕਿ ਜਦੋਂ ਉਹ ਸ਼ਿਕਾਰ ਖੇਡਣ ਦੇ ਲਈ ਗਏ ਸੀ ਤਾਂ ਉਹਨਾਂ ਨੇ ਇੱਕ ਹਿਰਨੀ ਜੋ ਸੀ ਉਸ 'ਤੇ ਤੀਰ ਮਾਰਿਆ, ਤਾਂ ਉਹ ਹਿਰਨੀ ਜ਼ਖਮੀ ਹੋ ਗਈ ਅਤੇ ਉੱਥੇ ਉਹਨਾਂ ਦੀਆਂ ਅੱਖਾਂ ਸਾਹਮਣੇ ਤੜਫ ਕੇ ਮਰ ਗਈ। ਪਰ ਜਦੋਂ ਬਾਅਦ ਵਿੱਚ ਉਸਨੇ ਦੇਖਿਆ ਕਿ ਉਹ ਹਿਰਨੀ ਗਰਭਵਤੀ ਸੀ, ਗਰਭਵਤੀ ਦਾ ਮਤਲਬ ਹੁੰਦਾ ਮਾਂ ਬਣਨ ਵਾਲੀ ਸੀ, ਤਾਂ ਉਸ ਦੇ ਜੋ ਬੱਚੇ ਵੀ ਸੀ ਹੋਏ ਤਾਂ ਉਹ ਵੀ ਉਹਦੇ ਅੱਖਾਂ ਦੇ ਸਾਹਮਣੇ ਹੀ ਤੜਫ ਕੇ ਮਰ ਗਏ। ਤਾਂ ਇਹ ਸਾਰਾ ਜੋ ਮੰਜ਼ਰ ਸੀ ਨਾ, ਬੜਾ ਦਰਦਨਾਕ ਸੀ। ਦਰਦਨਾਕ ਮਤਲਬ ਦੁਖਦਾਈ ਸੀਗਾ। ਤਾਂ ਉਸਨੇ ਉਹ ਸਾਰੇ ਸੀਨ ਨੇ ਉਸ ਬੰਦਾ ਬਹਾਦਰ ਦੀ ਆਤਮਾ ਨੂੰ ਬਿਲਕੁਲ ਝੰਜੋੜ ਕੇ ਰੱਖਤਾ। ਮਤਲਬ ਉਹਦੀ ਜਿਹੜੀ ਰੂਹ ਸੀ ਨਾ, ਇਹ ਸਾਰਾ ਕੁਝ ਦੇਖ ਕੇ ਕੰਬ ਗਈ। ਉਹ ਝੰਜੋੜ ਕੇ ਰੱਖ ਦਿੱਤਾ ਤਾਂ ਮਤਲਬ ਹੁੰਦਾ ਉਸਨੂੰ ਹਿਲਾ ਕੇ ਰੱਖਤਾ। ਉਸਨੂੰ ਬਿਲਕੁਲ ਉਹ ਇੱਕ ਸਾਰਾ ਸੀਨ ਦੇਖਣ ਤੋਂ ਬਾਅਦ ਇੱਕਦਮ ਉਦਾਸ ਹੋ ਗਿਆ ਅਤੇ ਉਸਦੀ ਰੂਹ ਕੰਬੀ ਅਤੇ ਉਸਨੂੰ ਸੋਚਾਂ 'ਚ ਪਾ ਦਿੱਤਾ ਕਿ ਇਹ ਉਸ ਤੋਂ ਕਿੰਨਾ ਵੱਡਾ ਗੁਨਾਹ ਹੋ ਗਿਆ ਹੈ। ਤਾਂ ਫਿਰ ਉਹ ਸਾਰਾ ਆਪਣਾ ਘਰ-ਬਾਰ ਛੱਡ ਕੇ ਉਹਦੇ ਮਨ ਦੇ ਵਿੱਚ ਵੈਰਾਗ ਪੈਦਾ ਹੋ ਗਿਆ। ਵੈਰਾਗ ਦਾ ਮਤਲਬ ਹੁੰਦਾ ਕਿ ਉਸਨੇ ਉਦਾਸੀ ਧਾਰਨ ਕਰ ਲਈ, ਉਹਦੇ ਮਨ ਦੇ ਵਿੱਚ ਉਦਾਸੀ ਆ ਗਈ ਅਤੇ ਉਹ ਸਾਰਾ ਘਰ-ਬਾਰ ਛੱਡ ਕੇ ਉਹ ਚਲਾ ਗਿਆ। ਫਿਰਦੇ ਉਸ ਦਾ ਮੇਲ ਮਹਾਤਮਾ ਜਾਨਕੀ ਦਾਸ ਨਾਲ ਹੋਇਆ।
ਤਾਂ ਜਦੋਂ ਉਹ ਇਸੇ ਤਰ੍ਹਾਂ ਫਿਰ ਰਿਹਾ ਸੀ ਤਾਂ ਉਸਨੂੰ ਇੱਕ ਪਰਸਨ ਮਿਲਿਆ ਜਿਸ ਦਾ ਨਾਮ ਸੀ ਮਹਾਤਮਾ ਜਾਨਕੀ ਦਾਸ। ਉਹਨਾਂ ਦੀ ਸੰਗਤ ਵਿੱਚ ਆ ਕੇ ਉਹ ਲਛਮਣ ਦਾਸ ਤੋਂ ਮਾਧੋ ਦਾਸ ਬਣ ਗਿਆ, ਕਿਉਂਕਿ ਮਹਾਤਮਾ ਜਾਨਕੀ ਨੂੰ ਜਦੋਂ ਉਹ ਮਿਲਿਆ ਤਾਂ ਉਹਨਾਂ ਦੀ ਸੰਗਤ ਸੀ, ਮਤਲਬ ਉਹਦੇ ਸੰਪਰਕ ਵਿੱਚ ਜਦੋਂ ਉਹ ਆਇਆ ਤਾਂ ਮਹਾਤਮਾ ਜਾਨਕੀ ਨੇ ਉਸ ਨੂੰ ਮਾਧੋ ਦਾਸ ਦਾ ਨਾਮ ਦੇ ਦਿੱਤਾ। ਉਹ ਉਸ ਮਹਾਤਮਾ ਨਾਲ ਕਸ਼ਮੀਰ ਚਲਾ ਗਿਆ। ਕਸ਼ਮੀਰ ਵਿੱਚ ਹੀ ਉਸ ਦਾ ਮੇਲ ਵੈਰਾਗੀ ਸਾਧੂ ਰਾਮਦਾਸ ਨਾਲ ਹੋਇਆ। ਤਾਂ ਮਤਲਬ ਉਹ ਜਦੋਂ ਉਦਾਸੀ 'ਤੇ ਮਤਲਬ ਉਹ ਘਰੋਂ ਨਿਕਲ ਗਿਆ ਤਾਂ ਰਸਤੇ ਵਿੱਚ ਉਸਨੂੰ ਬਹੁਤ ਸਾਰੇ ਲੋਕ ਮਿਲੇ, ਜਿਵੇਂ ਪਹਿਲਾਂ ਮਹਾਤਮਾ ਜਾਨਕੀ ਦਾਸ ਮਿਲਿਆ, ਫਿਰ ਉਸਨੂੰ ਕਸ਼ਮੀਰ ਜਦੋਂ ਗਿਆ ਤਾਂ ਫਿਰ ਉਸਨੂੰ ਵੈਰਾਗੀ ਸਾਧੂ ਮਿਲਿਆ ਜਿਸ ਦਾ ਨਾਮ ਸੀ ਰਾਮਦਾਸ। ਤਾਂ ਇਸ ਵੈਰਾਗੀ ਸਾਧੂ ਦੀ ਸੰਗਤ ਵਿੱਚ ਉਹ ਹਿੰਦੁਸਤਾਨ ਦੇ ਸਾਰੇ ਤੀਰਥਾਂ ਉੱਤੇ ਨਿਕਲ ਗਿਆ, ਮਤਲਬ ਸਾਰੇ ਉਸਨੇ ਤੀਰਥਾਂ ਦੀ ਯਾਤਰਾ ਕੀਤੀ। ਇਸੇ ਯਾਤਰਾ ਦੌਰਾਨ ਉਸ ਦਾ ਮੇਲ ਔਗੜਨਾਥ ਨਾਂ ਦੇ ਇੱਕ ਜੋਗੀ ਨਾਲ ਹੋਇਆ, ਮਤਲਬ ਉਸਨੂੰ ਇੱਕ ਹੋਰ ਜੋਗੀ ਮਿਲਿਆ ਜਿਸ ਦਾ ਨਾਮ ਸੀ ਔਗੜਨਾਥ। ਇਹ ਜੋਗੀ ਤੰਤਰ ਮੰਤਰ ਦਾ ਧਨੀ ਸੀ, ਮਤਲਬ ਤੰਤਰ ਮੰਤਰ ਹੁੰਦਾ ਜਾਦੂ ਟੋਣਾ। ਤਾਂ ਉਸਨੇ ਇਸ ਜੋਗੀ ਦੇ ਨਾਲ ਜਦੋਂ ਉਹ ਰਿਹਾ ਤਾਂ ਮਾਧੋ ਦਾਸ ਨੇ ਇਸ ਜੋਗੀ ਦੀ ਸੰਗਤ ਵਿੱਚ ਰਹਿ ਕੇ ਜੰਤਰ ਮੰਤਰ ਦੀ ਵਿੱਦਿਆ ਸਿੱਖ ਲਈ, ਮਤਲਬ ਉਸਨੇ ਵੀ ਇਹ ਜਾਦੂ ਟੋਣੇ, ਜੰਤਰ ਮੰਤਰ ਪੜ੍ਹਨੇ, ਮਤਲਬ ਮੰਤਰ ਪੜ੍ਹਨੇ, ਇਹ ਸਾਰਾ ਕੁਝ ਉਸਨੇ ਸਿੱਖ ਲਿਆ ਉਸ ਤੋਂ। ਤਾਂ ਇਸ ਤਰ੍ਹਾਂ ਉਸ ਕੋਲੋਂ ਕੁਝ ਸਿੱਧੀਆਂ ਪ੍ਰਾਪਤ ਕਰਕੇ ਨੰਦੇੜ ਵਿਖੇ ਗੋਦਾਵਰੀ ਦੇ ਕੰਢੇ ਇੱਕ ਕੁਟੀਆ ਬਣਾ ਕੇ ਰਹਿਣ ਲੱਗਾ। ਨਾਂਦੇੜ ਜੋ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਸਥਾਨ ਹੈ, ਅਤੇ ਉੱਥੇ ਇਹ ਹੁਣ ਇੱਕ ਕੁਟੀਆ ਮਤਲਬ ਇੱਕ ਛੋਟੀ ਜਿਹੀ ਇੱਕ ਝੋਪੜੀ ਬਣਾ ਕੇ ਉੱਥੇ ਹੀ ਰਹਿਣ ਲੱਗਿਆ। ਸਿੱਧੀਆਂ ਪ੍ਰਾਪਤ ਕਰ ਲੈਣਾ ਮਤਲਬ ਇੱਕ ਵਿੱਦਿਆ ਜਿਹੜੀ ਸੀਗੀ ਉਸਨੇ ਜਾਦੂ ਟੋਣਿਆਂ ਦੀ, ਜਾਦੂ ਮੰਤਰਾਂ ਦੀ, ਉਹ ਉਸ ਸਾਧੂ ਜੋਗੀ ਤੋਂ ਪ੍ਰਾਪਤ ਕਰ ਲਈ, ਔਗੜਨਾਥ ਤੋਂ। ਤਾਂ ਉਸ ਤੋਂ ਬਾਅਦ ਅੱਗੇ ਕੀ ਹੋਇਆ ਦੇਖੋ, ਮਾਧੋ ਦਾਸ ਨੇ ਆਪਣੇ ਜੰਤਰਾਂ ਮੰਤਰਾਂ ਦੁਆਰਾ ਉਸ ਇਲਾਕੇ ਵਿੱਚ ਕਾਫੀ ਤਾਕ ਜਮਾ ਲਈ। ਤਾਕ ਜਮਾ ਲੈਣੀ ਦਾ ਮਤਲਬ ਹੁੰਦਾ ਕਿ ਆਪਣਾ ਦਬਦਬਾ ਜਿਹੜਾ ਸੀਗਾ ਉਹ ਕਾਇਮ ਕਰ ਲਿਆ ਉੱਥੇ। ਦੂਰੋਂ ਸ਼ਰਧਾਲੂ ਇਸ ਦੇ ਦਰਸ਼ਨਾਂ ਨੂੰ ਆਉਂਦੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਵੀ ਨੰਦੇੜ ਵਿਖੇ ਹੀ ਰਹਿ ਰਹੇ ਸਨ। ਮਤਲਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਲੜਾਈਆਂ ਦੇ ਵਿੱਚ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਵੱਡੇ ਸਾਹਿਬਜ਼ਾਦੇ ਸੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਉਹ ਚਮਕੌਰ ਦੀ ਗੜੀ ਦੇ ਵਿੱਚ ਜੋ ਲੜਾਈ ਹੋਈ ਸੀ ਉੱਥੇ ਸ਼ਹੀਦ ਹੋ ਗਏ। ਅਤੇ ਜਿਹੜੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸੀਗੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਸਰਹੰਦ ਦੇ ਵਿੱਚ ਜੋ ਸਰਹੰਦ ਦਾ ਵਜ਼ੀਰ ਸੀ ਉਸਨੇ ਜਿਉਂਦੇ ਹੀ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ। ਤਾਂ ਇਹ ਸਾਰਾ ਜਦੋਂ ਸਾਰਾ ਸਾਕਾ ਜਿਹੜਾ ਸੀ ਵਾਪਰ ਚੁੱਕਿਆ ਸੀ, ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਉੱਥੋਂ ਨਿਕਲ ਲਏ ਸੀ। ਮਤਲਬ ਉਹ ਆਪਣੇ ਪੁੱਤਰਾਂ ਦੇ ਜੋ ਸ਼ਹੀਦੀ ਸੀ ਉਸ ਨੂੰ ਉਹਨਾਂ ਨੇ ਦਿਲ 'ਤੇ ਨਹੀਂ ਲਗਾਇਆ, ਸਗੋਂ ਉਹ ਫਿਰ ਵੀ ਇਹ ਸਾਰਾ ਕੁਝ ਸਹਿਣ ਕਰਦੇ ਹੋਏ ਚਲੇ ਗਏ ਸੀ ਇੱਥੋਂ। ਤਾਂ ਉਹਨਾਂ ਨੇ ਨਾਂਦੇੜ ਵੱਲ ਨੂੰ ਚਾਲੇ ਪਾਏ ਹੋਏ ਸੀ। ਤਾਂ ਉੱਥੇ ਹੀ ਜੋ ਇਹ ਬਾਬਾ ਬੰਦਾ ਬਹਾਦਰ ਸੀ ਉਹ ਰਹਿੰਦਾ ਹੁੰਦਾ ਸੀ। ਉਹ ਆਪਣੀ ਜਾਦੂ ਟੋਣਿਆਂ ਦੀ ਜੋ ਉਸਦੀ ਜ਼ਿੰਦਗੀ ਸੀ ਉਹ ਜੀ ਰਿਹਾ ਸੀ ਬਾਬਾ ਬੰਦਾ ਬਹਾਦਰ, ਕਿਉਂਕਿ ਉਸਨੂੰ ਉਹ ਜਾਦੂ ਮੰਤਰਾਂ ਦੀ ਜੋ ਉਸਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਚੁੱਕੀਆਂ ਸੀ, ਉਹ ਉਸਨੇ ਵਿੱਦਿਆ ਪ੍ਰਾਪਤ ਕਰ ਲਈ ਸੀ ਔਗੜਨਾਥ ਤੋਂ। ਤਾਂ ਉਹ ਉਸੇ ਹੀ ਕਰਕੇ ਲੋਕਾਂ ਦੇ ਵਿੱਚ ਬੜਾ ਫੇਮਸ ਹੋ ਚੁੱਕਿਆ ਸੀ। ਤਾਂ ਦੂਰੋਂ ਲੋਕ ਜਿਹੜੇ ਸੀ ਉਹਦੇ ਦਰਸ਼ਨ ਕਰਨ ਦੇ ਲਈ ਆਉਂਦੇ ਹੁੰਦੇ ਸੀ। ਤਾਂ ਇੱਕ ਦਿਨ ਗੁਰੂ ਜੀ ਵੀ ਆਪਣੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਉਸ ਦੀ ਕੁਟੀਆ ਵਿੱਚ ਪੁੱਜ ਗਏ ਅਤੇ ਗੁਰੂ ਜੀ ਜਾ ਕੇ ਉਸ ਦੇ ਪਲੰਘ ਉੱਤੇ ਬੈਠ ਗਏ। ਮਾਧੋ ਦਾਸ ਨੇ ਜਦੋਂ ਗੁਰੂ ਜੀ ਨੂੰ ਪਲੰਘ ਉੱਤੇ ਬੈਠੇ ਵੇਖਿਆ ਤਾਂ ਅੱਗ ਬਬੂਲਾ ਹੋ ਗਿਆ। ਅੱਗ ਬਬੂਲਾ ਹੋਣਾ ਮਤਲਬ ਗੁੱਸੇ ਵਿੱਚ, ਬਿਲਕੁਲ ਬਹੁਤ ਗੁੱਸੇ ਵਿੱਚ ਆ ਗਿਆ, ਕਿਉਂਕਿ ਉਹਦਾ ਜਿਹੜਾ ਪਲੰਘ ਸੀ ਉਸ ਦੇ ਉੱਤੇ ਕੋਈ ਬੈਠ ਹੀ ਨਹੀਂ ਸਕਦਾ ਸੀ। ਉਹ ਪਲੰਘ ਅਜਿਹਾ ਪਲੰਘ ਸੀ ਬੜਾ ਜਿਹਦੇ ਵਿੱਚ ਬਹੁਤ ਜਾਦੂਈ ਸ਼ਕਤੀਆਂ ਸੀ ਕਿ ਜੇ ਕੋਈ ਵੀ ਉਸ ਪਲੰਘ ਦੇ ਉੱਤੇ ਬੈਠਦਾ ਸੀ ਨਾ ਤਾਂ ਉਹ ਉਸਨੂੰ ਉਲਟਾ ਕੇ ਥੱਲੇ ਗੇਰ ਦਿੰਦਾ ਸੀ ਪਲੰਘ ਤੋਂ। ਤਾਂ ਮਾਧੋ ਦਾਸ ਨੇ ਜਦੋਂ ਗੁਰੂ ਜੀ ਨੂੰ ਪਲੰਘ 'ਤੇ ਬੈਠੇ ਵੇਖਿਆ ਤਾਂ ਉਹ ਅੱਗ ਬਬੂਲਾ ਹੋ ਗਿਆ। ਤਾਂ ਸੋਚਣ ਲੱਗਾ ਵੀ ਗੁਰੂ ਜੀ ਕਿਸ ਤਰ੍ਹਾਂ ਬੈਠ ਕੇ ਮੇਰੇ ਪਲੰਘ ਦੇ ਉੱਤੇ। ਤਾਂ ਉਸਨੇ ਆਪਣੀਆਂ ਤੰਤਰ ਮੰਤਰ ਦੀਆਂ ਸ਼ਕਤੀਆਂ ਰਾਹੀਂ ਗੁਰੂ ਜੀ ਨੂੰ ਪਲੰਘ ਸਮੇਤ ਉਲਟਾਉਣਾ ਚਾਹਿਆ। ਮਤਲਬ ਉਹਨੂੰ ਇਹ ਸੀ ਵੀ ਮੈਂ ਗੁਰੂ ਜੀ ਨੂੰ ਵੀ ਇਸੇ ਤਰ੍ਹਾਂ ਆਪਣੀਆਂ ਸ਼ਕਤੀਆਂ ਦੇ ਨਾਲ ਉਲਟਾ ਦਿਆਂਗਾ, ਮਤਲਬ ਥੱਲੇ ਗੇਰ ਦਾਂਗਾ। ਤਾਂ ਉਸਨੇ ਆਪਣੀ ਸਾਰੀ ਵਾਹ ਲਾ ਲਈ,
ਸਾਰੀ ਵਾਹ ਲਾ ਲੈਣੀ ਦਾ ਮਤਲਬ ਹੁੰਦਾ ਆਪਣੇ ਪੂਰੀ ਕੋਸ਼ਿਸ਼ ਕਰ ਲਈ। ਅਤੇ ਜਦੋਂ ਉਸਦੇ ਸਾਰੇ ਜੰਤਰ ਮੰਤਰ ਫੇਲ ਹੋ ਗਏ ਅਤੇ ਪਲੰਗ ਨੂੰ ਉਲਟਾ ਨਾ ਸਕਿਆ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਿਆ, ਕਿਉਂਕਿ ਉਸ ਨੂੰ ਤਾਂ ਬੜਾ ਮਾਣ ਸੀ ਕਿ ਮੇਰਾ ਇਹ ਪਲੰਗ ਹੈ, ਮੈਂ ਤਾਂ ਕਿਸੇ ਨੂੰ ਵੀ ਚਾਹਾਂ ਤਾਂ ਮੈਂ ਇਸ ਤੋਂ ਉਲਟਾ ਸਕਦਾ, ਮਤਲਬ ਥੱਲੇ ਗੇਰ ਸਕਦਾ। ਪਰ ਇਹ ਪਹਿਲੇ ਅਜਿਹੇ ਗੁਰੂ ਨੇ, ਮਤਲਬ ਪਹਿਲਾ ਐਸਾ ਸ਼ਖਸ ਹੈ ਜਿਹੜਾ ਮੇਰੇ ਪਲੰਗ ਦੇ ਉੱਤੇ ਬੈਠਿਆ ਅਤੇ ਮੈਂ ਆਪਣੀਆਂ ਸਾਰੀਆਂ ਸ਼ਕਤੀਆਂ ਇਹਦੇ ਉੱਤੇ ਵਰਤ ਲਈਆਂ, ਪਰ ਕੋਈ ਅਸਰ ਹੀ ਨਹੀਂ ਹੋਇਆ। ਉਹ ਬੜਾ ਹੈਰਾਨ ਹੋਇਆ। ਤਾਂ ਫਿਰ ਉਹ ਹੈਰਾਨੀ ਦੇ ਵਿੱਚ ਜਦੋਂ ਉਸਨੇ ਦੇਖਿਆ ਕਿ ਮੇਰਾ ਤਾਂ ਹੁਣ ਕੋਈ ਜ਼ੋਰ ਨਹੀਂ ਚੱਲਦਾ, ਤਾਂ ਫਿਰ ਉਹ ਹਾਰ ਕੇ ਗੁਰੂ ਜੀ ਦੇ ਚਰਨਾਂ 'ਚ ਪੈ ਗਿਆ, ਮਤਲਬ ਉਸਨੇ ਉਸਤੇ ਗੁਰੂ ਜੀ ਦੇ ਚਰਨ ਫੜ ਲਏ। ਉਹ ਗੁਰੂ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਮੈਨੂੰ ਬਖਸ਼ ਦੇਵੋ, ਮਤਲਬ ਮੈਨੂੰ ਮਾफ़ ਕਰ ਦੇਵੋ। ਅੱਜ ਤੋਂ ਮੈਂ ਆਪ ਜੀ ਦਾ ਹੀ ਬੰਦਾ ਹਾਂ। ਮਤਲਬ ਉਸ ਨੂੰ ਇਹ ਸੀ ਕਿ ਇਹ ਅਜਿਹਾ ਕਿਹੋ ਜਿਹਾ ਗੁਰੂ ਹੈ ਜਿਸ ਨੇ ਮੈਨੂੰ ਹਰਾਤਾ, ਮੇਰੀਆਂ ਸ਼ਕਤੀਆਂ ਨੂੰ ਹਰਾਤਾ। ਤਾਂ ਇਟ ਮੀਨਸ ਕਿ ਇਹ ਕੋਈ ਨਾ ਕੋਈ ਅਜਿਹੀ ਮਹਾਨ ਸ਼ਕਤੀ ਹੈ ਜੋ ਸਾਰੀ ਦੁਨੀਆ 'ਤੇ ਰਾਜ ਕਰਦੀ ਹੈ। ਤਾਂ ਉਸਨੇ ਗੁਰੂ ਜੀ ਦੇ ਚਰਨੀ ਪਿਆ ਅਤੇ ਮਾफ़ੀ ਮੰਗੀ ਅਤੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਤੁਹਾਡਾ ਹੀ ਬੰਦਾ ਹਾਂ। ਤਾਂ ਗੁਰੂ ਜੀ ਨੇ ਬੜੇ ਸ਼ਾਂਤ ਭਾਵ ਨਾਲ ਕਿਹਾ, ਮਾਧੋ ਦਾਸ, ਜੇ ਤੂੰ ਮੇਰਾ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ। ਬੰਦਿਆਂ ਵਾਲੇ ਕੰਮ ਕਰ ਦਾ ਮਤਲਬ ਕਿ ਚੰਗੇ ਕੰਮ ਕਰ, ਮਾੜੇ ਕੰਮ ਛੱਡ ਦੇ। ਤਾਂ ਉਹਨਾਂ ਨੇ, ਗੁਰੂ ਜੀ ਨੇ ਉਸ ਨੂੰ, ਮਤਲਬ ਜੋ ਮਾਧੋ ਦਾਸ ਸੀਗਾ, ਫਿਰ ਉਸ ਨੂੰ ਬੰਦਾ ਕਹਿ ਕੇ ਤਾਂ ਉਸ ਨੂੰ ਬੰਦਾ ਬਹਾਦਰ ਦਾ ਨਾਮ ਦਿੱਤਾ। ਬਸ ਫੇਰ ਕੀ ਸੀ, ਮਾਧੋ ਦਾਸ ਨੇ ਸਾਰੇ ਸਾਂਝੇ ਕੰਮ ਛੱਡ ਦਿੱਤੇ ਅਤੇ ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ। ਮਤਲਬ ਜੋ ਵੀ ਉਸ 'ਤੇ ਹੁਣ ਮਾੜੇ ਕੰਮ ਸੀ, ਜੰਤਰ ਮੰਤਰ ਵਾਲੇ, ਸ਼ਕਤੀਆਂ ਵਾਲੇ, ਜਾਦੂ ਟੂਣਿਆਂ ਵਾਲੇ, ਉਹ ਸਾਰੇ ਉਸਨੇ ਛੱਡ ਦਿੱਤੇ ਅਤੇ ਹੁਣ ਉਹ ਬਸ ਗੁਰੂ ਜੀ ਦੀ ਸ਼ਰਨ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਦੇ ਵਿੱਚ ਆ ਗਿਆ। ਗੁਰੂ ਜੀ ਨੇ ਉਸ ਨੂੰ ਖੰਡੇ ਬਾਟੇ ਦਾ ਪਾਹੁਲ ਛਕਾ ਕੇ, ਪਾਹੁਲ ਮਤਲਬ ਅੰਮ੍ਰਿਤ, ਜੋ ਸਿੱਖਾਂ ਦੇ ਵਿੱਚ ਛਕਾਇਆ ਜਾਂਦਾ ਹੈ, ਤਾਂ ਉਹਨਾਂ ਨੂੰ ਸਿੰਘ ਬਣਾਇਆ ਜਾਂਦਾ ਹੈ। ਗੁਰੂ ਜੀ ਨੇ ਖੰਡੇ ਬਾਟੇ ਦਾ ਪਾਹੁਲ ਛਕਾ ਕੇ ਉਸ ਅੰਦਰ ਇੱਕ ਨਵੀਂ ਰੂਹ ਭਰ ਦਿੱਤੀ, ਮਤਲਬ ਉਸ ਨੂੰ ਇੱਕ ਨਵਾਂ ਜਨਮ ਦਿੱਤਾ ਅਤੇ ਉਹਦੇ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ। ਉਸ ਨੂੰ ਇੱਕ ਵੈਰਾਗੀ ਤੋਂ ਸਿੰਘ ਸਜਾ ਦਿੱਤਾ। ਉਸ ਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ, ਮਤਲਬ ਕਿਉਂਕਿ ਉਹ ਇੱਕ ਵੈਰਾਗੀ ਦਾ ਮਤਲਬ ਹੁੰਦਾ ਹੈ ਜੋ ਉਦਾਸੀ ਦੇ ਉੱਤੇ ਨਿਕਲਿਆ ਹੋਇਆ ਸੀਗਾ, ਕਿ ਜੋ ਸਾਰਾ ਘਰ-ਬਾਰ ਛੱਡ ਕੇ ਬਸ ਉਦਾਸੀ, ਮਤਲਬ ਸਾਰੀ ਦੁਨੀਆ ਦੇ ਵਿੱਚ ਬਸ ਉਸਨੇ ਯਾਤਰਾ ਕਰਨੀ ਸੀ। ਅਤੇ ਉਸਨੂੰ ਯਾਤਰਾ ਦੇ ਦੌਰਾਨ ਹੀ ਕਿੰਨੇ ਸਾਰੇ ਲੋਕ ਮਿਲੇ ਸੀ, ਕੋਈ ਮਹਾਨ ਮਹੰਤ ਮਿਲਿਆ, ਕੋਈ ਪੰਡਤ ਮਿਲਿਆ, ਕੋਈ ਉਸਨੂੰ ਜੋ ਔਗੜਨਾਥ ਵਾਲਾ ਜੋਗੀ ਮਿਲਿਆ। ਤਾਂ ਇਸ ਤਰ੍ਹਾਂ ਉਸਨੂੰ ਕਿੰਨੇ ਹੀ ਲੋਕ ਮਿਲੇ। ਉਹਨਾਂ ਸਾਰਿਆਂ ਨੇ ਉਸਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਨਾਮ ਦਿੱਤੇ ਅਤੇ ਆਪਣੇ ਆਪਣੇ ਤਰੀਕੇ ਦੇ ਨਾਲ ਉਸਨੂੰ ਸਿੱਖਿਆ ਵੀ ਦਿੱਤੀ। ਪਰ ਗੁਰੂ ਜੀ ਨੇ ਉਸਨੂੰ ਸੱਚੇ ਕੰਮ ਅਤੇ ਸਹੀ ਕੰਮ ਵੱਲ ਤੋਰ ਕੇ ਉਸਨੂੰ ਇੱਕ ਅਲੱਗ ਪਹਿਚਾਣ ਵੀ ਦਿੱਤੀ। ਉਸ ਨੂੰ ਅੰਮ੍ਰਿਤ ਛਕਾਇਆ, ਸਿੰਘ ਸਜਾਇਆ ਅਤੇ ਉਸ ਨੂੰ ਨਾਮ ਦਿੱਤਾ ਬੰਦਾ ਸਿੰਘ ਬਹਾਦਰ। ਤਾਂ ਇਸ ਤਰ੍ਹਾਂ ਉਹਨਾਂ ਦਾ ਨਾਮ ਜੋ ਸੀ ਬੰਦਾ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਦਿੱਤਾ ਗਿਆ ਸੀ। ਇਸ ਦਾ ਅਗਲਾ ਹਿੱਸਾ ਕਹਾਣੀ ਦਾ ਆਪਾਂ ਕੱਲ੍ਹ ਨੂੰ ਪੜ੍ਹਾਂਗੇ। ਧੰਨਵਾਦ।